ਹੈਲੋ ਸਟੂਡੈਂਟਸ, ਮੈਂ ਵਿਨੋਦ ਸੂਰੀ ਵੈਲਡਰ ਇੰਸਟ੍ਰਕਟਰ ਗਵਰਨਮੈਂਟ ਆਈਟੀ ਪਟਿਆਲਾ। ਅੱਜ ਆਪਾਂ ਵੈਲਡਰ ਟ੍ਰੇਡ ਦੇ ਸਿਲੇਬਸ ਦੇ ਵੀਕ ਨੰਬਰ 1 ਦੇ ਪ੍ਰੈਕਟੀਕਲ ਨੰਬਰ 11.02 ਜੋ ਕਿ ਆਇਡੈਂਟੀਫਿਕੇਸ਼ਨ ਆਫ ਸੇਫਟੀ ਇਕਵਿਪਮੈਂਟ ਐਂਡ देयर ਯੂਜ਼ਸ ਬਾਰੇ ਡਿਸਕਸ ਕਰਾਂਗੇ। ਸੇਫਟੀ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਿ ਵੈਲਡਰ ਟ੍ਰੇਡ ਦੇ ਹਰ ਇੱਕ ਸਿੱਖਿਆਰਥੀ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ, ਇਸ ਦੇ ਬਾਰੇ ਜਾਣਨ ਦੀ ਜ਼ਰੂਰਤ ਹੈ। ਸੋ ਅੱਜ ਅਸੀਂ ਅੱਜ ਸੇਫਟੀ ਟੌਪਿਕ ਨੂੰ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸੇਫਟੀ ਦੀ ਡੈਫੀਨੇਸ਼ਨ, ਇਸ ਦੇ ਬਾਰੇ ਐਗਜ਼ਾਮਪਲਸ ਦੇ ਨਾਲ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਦ ਵਰਡ ਸੇਫਟੀ ਰੈਫਰਸ ਟੂ ਯੂਅਰ ਫਰੀडम from danger, injury and damage and to your personal security। ਸੇਫਟੀ ਇੱਕ ਆਜ਼ਾਦੀ ਹੈਗੀ ਹੈ। ਜੇ ਤੁਸੀਂ ਸੇਫਟੀ ਮੈਜ਼ਰ ਜਿਹੜੇ ਨੇ ਆਪਣੀ ਲਾਈਫ ਦੇ ਵਿੱਚ ਪ੍ਰੋਪਰ ਯੂਜ਼ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਖਤਰੇ, ਕਿਸੇ ਵੀ ਐਕਸੀਡੈਂਟ, ਕਿਸੇ ਵੀ ਸੱਟ ਫੇਟ ਤੋਂ ਬਚ ਸਕਦੇ ਹੋ ਪ੍ਰੋਪਰਲੀ, ਕਿਉਂਕਿ ਇਸ ਦੇ ਨਾਲ ਤੁਸੀਂ ਪ੍ਰੋਪਰ ਧਿਆਨ ਰੱਖ ਸਕਦੇ ਹੋ ਕਿ ਕਿਹੜੀ ਚੀਜ਼ ਜਿਹੜੀ ਹੈਗੀ ਹੈ ਮੈਨੂੰ ਇਨ ਫਿਊਚਰ ਡਿਸਟਰਬ ਕਰ ਸਕਦੀ ਹੈ, ਜਿਸ ਦੇ ਨਾਲ ਮੈਨੂੰ ਪ੍ਰੋਬਲਮ ਆ ਸਕਦੀ ਹੈਗੀ ਹੈ। ਇੰਸਟੈਡ ਵੈਨ ਯੂ ਹੀਅਰ ਦ ਵਰਡ ਸੇਫਟੀ, think of it as a word that applies to you the way you do everything in life। think of it as a procedure to keep you from harm। ਜਦੋਂ ਵੀ ਤੁਸੀਂ ਕੋਈ ਆਪਣੀ ਲਾਈਫ ਦੇ ਵਿੱਚ ਕੋਈ ਕੰਮ ਕਰਦੇ ਹੋ, ਵਰਕਸ਼ਾਪ ਦੇ ਵਿੱਚ ਕੋਈ ਕੰਮ ਕਰਨ ਲੱਗੇ ਹੋ, ਕੋਈ ਜੌਬ ਕਰਨ ਲੱਗੇ ਹੋ, ਤਾਂ ਇੱਕ ਮਿੰਟ ਲਈ ਆਪਣੇ ਮਨ ਦੇ ਵਿੱਚ ਧਿਆਨ ਲੈ ਕੇ ਆਓ ਕਿ ਮੈਨੂੰ ਸੇਫਟੀ ਕਿਹੜੇ ਮੈਜ਼ਰਸ ਜਿਹੜੇ ਨੇ ਉਹ ਯੂਜ਼ ਕਰਨੇ ਚਾਹੀਦੇ ਨੇ ਸੋ ਦੈਟ ਐਕਸੀਡੈਂਟ ਨਾ ਹੋ ਸਕੇ। ਇਸ ਦੀ ਐਗਜ਼ਾਮਪਲਸ ਦੇਖੋ ਕਿ ਮੈਂ ਤਾਂ ਐਗਜ਼ਾਮਪਲ ਦੇ ਕੇ ਦੱਸਦਾ ਤੁਹਾਨੂੰ ਕਿ ਸਪੋਜ਼ ਕਰੋ ਅਗਰ ਤੁਸੀਂ ਰੋਡ ਦੇ ਉੱਪਰ ਜਾ ਰਹੇ ਹੋ, ਤੁਸੀਂ ਅਗਰ ਪ੍ਰੋਪਰ ਟ੍ਰੈਫਿਕ ਰੂਲਸ ਨੂੰ ਫੋਲੋ ਕਰਦੇ ਹੋ, ਪ੍ਰੋਪਰ ਹੈਲਮਟ ਪਾਇਆ ਹੋਇਆ ਹੈ, ਪ੍ਰੋਪਰ ਤੁਸੀਂ ਟ੍ਰੈਫਿਕ ਰੂਲਸ ਨੂੰ, ਰੈੱਡ ਲਾਈਟ ਨੂੰ, ਗ੍ਰੀਨ ਲਾਈਟ ਨੂੰ ਪ੍ਰੋਪਰ ਫੋਲੋ ਕਰਦੇ ਹੋ ਤਾਂ ਤੁਹਾਨੂੰ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਆ ਸਕਦੀ, ਕੋਈ ਵੀ ਐਕਸੀਡੈਂਟ ਨਹੀਂ ਹੋ ਸਕਦਾ ਹੈਗਾ। ਉਸ ਤੋਂ ਇਲਾਵਾ ਦੂਸਰੀ ਐਗਜ਼ਾਮਪਲ ਆਪਾਂ ਇੱਕ ਹੋਰ ਲੈਂਦੇ ਹਾਂ, ਜਿਸ ਤਰ੍ਹਾਂ ਕਿ ਅਗਰ ਕੋਈ ਤੁਸੀਂ ਫਾਸਟ ਰਨਿੰਗ ਮਸ਼ੀਨ ਟੂਲ ਯੂਜ਼ ਕਰ ਰਹੇ ਹੋ ਤਾਂ ਉਸ ਦੇ ਵਿੱਚ ਅਗਰ ਤੁਸੀਂ ਪ੍ਰੋਪਰ ਸੇਫਟੀ ਯੂਜ਼ ਕਰਦੇ ਹੋ, ਮੀਨਸ ਪ੍ਰੋਪਰ ਗੋਗਲਸ ਪਾਉਂਦੇ ਹੋ, ਪ੍ਰੋਪਰ ਪ੍ਰੋਟੈਕਟਿਵ ਕਲੋਥਿੰਗ ਪਾਉਂਦੇ ਹੋ ਤਾਂ ਤੁਹਾਡੇ ਕੋਈ ਐਕਸੀਡੈਂਟ ਨਹੀਂ ਹੋ ਸਕਦਾ ਹੈਗਾ। ਤੀਸਰੀ ਐਗਜ਼ਾਮਪਲ ਆਪਾਂ ਇੱਕ ਹੋਰ ਲੈ ਕੇ ਦੇਖਦੇ ਹਾਂ, ਇਸ ਨੂੰ ਪ੍ਰੋਪਰ ਚੰਗੀ ਤਰ੍ਹਾਂ ਸਮਝਣ ਦੇ ਲਈ। ਅਗਰ ਸਪੋਜ਼ ਕਰੋ ਤੁਸੀਂ ਇੱਕ ਪਾਰਟੀਕੂਲਰ ਹਾਈਟ ਦੇ ਉੱਪਰ ਕੰਮ ਕਰ ਰਹੇ ਹੋ, ਉਸ ਦੇ ਲਈ ਤੁਸੀਂ ਪ੍ਰੋਪਰ ਲੈਡਰ ਦਾ ਯੂਜ਼ ਕਰਦੇ ਹੋ ਇੰਸਟੈਡ ਆਫ ਕੋਈ ਚੇਅਰ ਜਾਂ ਕੋਈ ਸਟੂਲ ਯੂਜ਼ ਕਰਦੇ ਹੋ ਤਾਂ ਤੁਹਾਡਾ ਜਿਹੜਾ ਐਕਸੀਡੈਂਟ ਹੈਗਾ ਉਸ ਨੂੰ ਪ੍ਰੋਪਰਲੀ ਅਵੋਇਡ ਕੀਤਾ ਜਾ ਸਕਦਾ ਹੈਗਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਹੈਗੀ। ਇਸ ਲਈ ਸੇਫਟੀ ਜਿਹੜਾ ਹੈਗਾ ਸਾਡੀ ਲਾਈਫ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਿ ਸਾਨੂੰ ਹਰ ਟਾਈਮ ਆਪਣੀ ਲਾਈਫ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਕਈ ਡੈਫੀਨੇਸ਼ਨਸ ਜਿਹੜੀਆਂ ਨੇ ਉਹ ਦੇਖੋ ਕਿਸ ਤਰ੍ਹਾਂ ਸਮਝ ਸਕਦੇ ਹਾਂ ਆਪਾਂ ਉਹਨਾਂ ਤੋਂ। ਸੇਫਟੀ ਮੀਨਸ ਏ ਕੰਪਲੀਟ ਅੰਡਰਸਟੈਂਡਿੰਗ ਆਫ ਯੂਅਰ ਵਰਕ ਐਂਡ ਨੌਲੇਜ ਆਫ ਐਵਰੀ ਸਟੈਪ that must be taken and the realization that mistakes could be costly to yourself and to the company। ਇੱਥੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਅਗਰ ਸਾਨੂੰ ਆਪਣੇ ਕੰਮ ਦੀ ਪ੍ਰੋਪਰ ਸਟੈਪ ਬਾਈ ਸਟੈਪ ਨੌਲੇਜ ਹੈਗੀ ਹੈ ਤਾਂ ਅਸੀਂ ਕੋਈ ਵੀ ਗਲਤੀ ਹੋਣ ਤੋਂ ਬਚ ਸਕਦੇ ਹਾਂ ਅਤੇ ਆਪਣੀ ਕੰਪਨੀ ਨੂੰ ਵੀ ਬਚਾ ਸਕਦੇ ਹੈਗੇ। ਸੇਫਟੀ ਮੀਨਸ ਗੁੱਡ ਜਜਮੈਂਟ। ਸੇਫਟੀ ਮੀਨਸ ਗੁੱਡ ਜਜਮੈਂਟ ਕਿ ਤੁਹਾਡੀ ਜਜਮੈਂਟ ਬਹੁਤ ਵਧੀਆ ਹੈਗੀ ਹੈ ਕਿ ਕੋਈ ਅਗਰ ਪ੍ਰੋਬਲਮ ਇਨ ਫਿਊਚਰ ਮੀਨਸ ਆਫਟਰ 1 ਆਰ 2 ਆਰ ਹੋਣ ਵਾਲੀ ਹੈ ਤਾਂ ਤੁਸੀਂ ਐਡਵਾਂਸ ਦੇ ਵਿੱਚ ਉਸ ਦੇ ਬਾਰੇ ਆਈਡੀਆ ਲਗਾ ਸਕਦੇ ਹੋ ਕਿ ਹਾਂ ਇਹ ਮੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਇਸ ਚੀਜ਼ ਨੂੰ ਇਸ ਤਰ੍ਹਾਂ ਅਵੋਇਡ ਹੋ ਸਕਦੀ ਹੈਗੀ ਹੈ, ਜਿਸ ਦੇ ਨਾਲ ਕੀ ਹੈਗਾ ਤੁਹਾਡੀ ਫੈਮਿਲੀ ਜਿਹੜੀ ਹੈਗੀ ਹੈ, ਤੁਹਾਡੀ ਜਿਹੜੀ ਇੰਸਟੀਚਿਊਟ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਹੁਣ ਸਪੋਜ਼ ਕਰੋ ਹੁਣ ਤੁਸੀਂ ਵੈਲਡਰ ਟ੍ਰੇਡ ਦੇ ਇੱਕ ਸਿੱਖਿਆਰਥੀ ਹੋ ਤਾਂ ਤੁਹਾਡੀ ਜਿਹੜੀ ਉੱਥੇ ਦੀ ਲਾਈਫ ਹੈਗੀ ਆ ਉਹ ਤੁਹਾਡੇ ਨਾਲ, ਤੁਹਾਡੀ ਫੈਮਿਲੀ ਦੇ ਨਾਲ ਲਿੰਕ ਕਰਦੀ ਹੈਗੀ ਹੈ। ਅਗਰ ਕੋਈ ਸਟੂਡੈਂਟ ਜਿਹੜਾ ਹੈਗਾ ਪ੍ਰੋਪਰ ਟ੍ਰੇਡ ਦੇ ਵਿੱਚ ਕੰਮ ਕਰਦਾ ਹੈਗਾ ਵਿਦਾਊਟ ਐਨੀ ਐਕਸੀਡੈਂਟ, ਉਹ ਆਪਣੇ ਆਪ ਪਹਿਲਾਂ ਤਾਂ ਸੇਫ ਹੈ ਅਤੇ ਉਹਦੀ ਫੈਮਿਲੀ ਸੇਫ ਹੈ ਅਤੇ ਨਾਲ ਦੀ ਨਾਲ ਜਿਹੜਾ ਹੈਗਾ ਇੰਸਟੀਚਿਊਟ ਵੀ ਸੇਫ ਹੈ। ਠੀਕ ਹੈ। ਦੈਨ ਨੈਕਸਟ ਹੈਗਾ ਸੇਫਟੀ ਮੀਨਸ ਕੰਸੀਡਰੇਸ਼ਨ ਫॉर ਫੈਮਿਲੀ ਦੈਟ ਡਿਪੈਂਡਸ ਔਨ ਯੂ, ਫॉर ਦ ਕੰਪਨੀ ਦੈਟ ਇੰਪਲੋਇਜ਼ ਯੂ ਐਂਡ ਫॉर ਯੂਅਰ ਓਨ ਵੈਲਫੇਅਰ। ਦੇਖੋ ਇਹ ਚੀਜ਼ ਆਪਾਂ ਹੁਣੀ ਡਿਸਕਸ ਕਰਕੇ ਹਟੇ ਹਾਂ। ਨੈਕਸਟ ਹੈ ਸੇਫਟੀ ਮੀਨਸ ਰਿਮੈਂਬਰਿੰਗ ਦੀ ਸੇਫਟੀ ਰੂਲਸ ਸੈਟ ਅਪ ਬਾਈ ਯੂਅਰ ਕੰਪਨੀ ਐਂਡ ਅਪਲਾਈਂਗ ਦੈਮ ਐਵਰੀ ਮਿਨਟ ਵੈਨ ਯੂ ਆਰ ਔਨ ਦ ਜੋਬ। ਦੇਖੋ ਪ੍ਰੈਜ਼ੈਂਟਲੀ ਤੁਸੀਂ ਅਜੇ ਸਟੂਡੈਂਟਸ ਹੈਗੇ ਹੋ, ਠੀਕ ਹੈ। ਹੁਣ ਤੁਸੀਂ ਵੈਲਡਰ ਟ੍ਰੇਡ ਦੇ ਵਿੱਚ ਸ਼ੌਪ ਫਲੋਰ ਦੇ ਉੱਪਰ ਕੰਮ ਕਰਨਾ ਹੈਗਾ, ਡਿਫਰੈਂਟ ਤੁਸੀਂ ਮਸ਼ੀਨ ਟੂਲਸ ਨੂੰ ਯੂਜ਼ ਕਰਨਾ ਹੈ, ਸ਼ਾਰਪ ਰਨਿੰਗ ਟੂਲਸ ਨੂੰ ਯੂਜ਼ ਕਰਨਾ ਹੈਗਾ, ਵੈਲਡਿੰਗ ਕਰਨੀ ਹੈ, ਇਲੈਕਟ੍ਰਿਕ ਵਾਇਰਸ ਦੇ ਕੰਟੈਕਟ ਦੇ ਵਿੱਚ ਵੀ ਆਉਣਾ ਹੈਗਾ। ਤਾਂ ਉਹਨਾਂ ਸਾਰੀ ਸਿਚੁਏਸ਼ਨਸ ਦੇ ਵਿੱਚ ਤੁਹਾਨੂੰ ਸੇਫਟੀ ਮੈਜ਼ਰਸ ਜਿਹੜੇ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਇਸ ਲਈ ਤੁਸੀਂ ਹਰੇਕ ਸਟੈਪ ਨੂੰ ਬੜੇ ਕੰਸੀਡਰੇਬਲੀ ਗੁੱਡ ਜਜਮੈਂਟ ਦੇ ਨਾਲ ਉਸ ਨੂੰ ਚਲਾਉਣਾ ਹੈਗਾ। ਸਾਨੂੰ ਪਤਾ ਹੈ ਕਿ ਅਸੀਂ ਵੈਲਡਰ ਟ੍ਰੇਡ ਦੇ ਵਿੱਚ ਕੰਮ ਕਰ ਰਹੇ ਹਾਂ, ਉੱਥੇ ਡਿਫਰੈਂਟ ਸਿਚੁਏਸ਼ਨਸ ਆਉਣਗੀਆਂ ਜਿਨ੍ਹਾਂ ਦੇ ਵਿੱਚ ਸੇਫਟੀ ਜਿਹੜੀ ਹੈਗੀ ਹੈ ਉਹ ਬੜੇ ਧਿਆਨ ਦੀ ਰੱਖਣੀ ਜ਼ਰੂਰੀ ਹੈ, ਕਿਉਂਕਿ ਉੱਥੇ ਡੇਂਜਰ ਹਰ ਇੱਕ ਲੈਵਲ ਦੇ ਉੱਪਰ ਹੈਗਾ। ਠੀਕ ਹੈ। ਹੁਣ ਉਹ ਵੈਲਡਿੰਗ ਕਰਦੇ ਹੋਏ ਦੇਖੋ
ਇੱਕ ਜਦੋਂ ਪ੍ਰੋਪਰ ਵੈਲਡਿੰਗ ਸਟਾਰਟ ਕਰਤੀ ਹੈਗੀ ਆ, ਉਹਦੇ ਵਿੱਚੋਂ ਡਿਫਰੈਂਟ ਜਿਹੜੀਆਂ ਹੈਗੀਆਂ ਨੇ ਰੇਡੀਏਸ਼ਨਸ ਨਿਕਲਣਗੀਆਂ, ਰੇਜ਼ ਨਿਕਲਦੀਆਂ ਨੇ। ਉਹ ਰੇਜ਼ ਜਿਹੜੀਆਂ ਨੇ, ਜਿਸ ਤਰ੍ਹਾਂ ਕਿ ਆਪਾਂ ਫਸਟ ਪੁਆਇੰਟ ਦੇ ਵਿੱਚ ਦੇਖ ਸਕਦੇ ਹਾਂ, ਅਲਟਰਾਵਾਇਲਟ ਰੇਜ਼ ਹੁੰਦੀਆਂ ਨੇ ਰੇਡੀਏਸ਼ਨਸ, ਤੇ ਇਨਫਰਾਰੈਡ ਰੇਜ਼ ਹੁੰਦੀਆਂ ਨੇ, ਤੇ ਬਲੂ ਲਾਈਟ ਰੇਜ਼ ਹੁੰਦੀਆਂ ਨੇ। ਇਹ ਰੇਜ਼ ਜਿਹੜੀਆਂ ਨੇ ਸਾਡੀ ਸਕਿਨ ਵਾਸਤੇ, ਸਾਡੀ ਆਈਜ਼ ਵਾਸਤੇ ਇੰਨੀਆਂ ਜ਼ਿਆਦਾ ਡੇਂਜਰਸ ਹੁੰਦੀਆਂ ਨੇ ਕਿ ਅਗਰ ਅਸੀਂ ਕੋਈ ਸੇਫਟੀ ਮੇਜ਼ਰ ਨਾ ਲਿਆ, ਸੇਫਟੀ ਇਕਵਿਪਮੈਂਟ ਜਿਹੜੇ ਹੈਗੇ ਆ ਅਸੀਂ ਵੈਲਡਿੰਗ ਟ੍ਰੇਡ ਦੇ ਵਿੱਚ ਨਾ ਯੂਜ਼ ਕੀਤੇ, ਤਾਂ ਉਹ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ, ਸਾਡੀ ਸਿਹਤ ਵਾਸਤੇ, ਸਾਡੀ ਜਿਹੜੀ ਹੈਲਥ ਹੈਗੀ ਹੈ ਬਹੁਤ ਜ਼ਿਆਦਾ ਡਿਸਟਰਬ ਕਰ ਸਕਦੇ ਨੇ। ਇਸ ਕਰਕੇ ਇਹ ਜਿਹੜੀਆਂ ਅਲਟਰਾਵਾਇਲਟ ਰੇਜ਼ ਨੇ, ਇਸ ਦੇ ਨਾਲ ਸਕਿਨ ਕੈਂਸਰ ਵੀ ਹੋ ਜਾਂਦਾ ਹੈਗਾ। ਜਿਹੜੀਆਂ ਸਾਡੀਆਂ ਆਈਜ਼ ਨੇ ਉਹਨਾਂ ਦੇ ਵਿੱਚ ਬਹੁਤ ਮੇਜਰ ਜਿਹੜੇ ਫਾਲਟ ਪੈ ਸਕਦਾ ਹੈਗਾ, ਪ੍ਰੋਬਲਮ ਆ ਸਕਦੀ ਹੈਗੀ ਹੈ। ਤੇ ਨੈਕਸਟ ਸਟੈਪ ਹੈਗਾ ਜਿਹੜਾ ਸਾਡਾ ਕੈਮੀਕਲ ਹੈਜ਼ਰਡਸ ਫਰੋਮ ਗੈਸਿਸ ਐਂਡ ਫਿਊਮਸ ਐਂਡ ਵੇਪਰਸ। ਜਦੋਂ ਵੈਲਡਿੰਗ ਕਰ ਰਹੇ ਹਾਂ ਉਹਦੇ ਵਿੱਚੋਂ ਦੇਖੋ ਅਸੀਂ ਕਈ ਵਾਰ ਇਹੋ ਜਿਹੀਆਂ ਮੈਟਲ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਕਿ ਬਰਾਸ, ਬ੍ਰੌਂਜ਼, ਜ਼ਿੰਕ, ਉਹਨਾਂ ਦੇ ਵਿੱਚੋਂ ਬਹੁਤ ਹਾਰਮਫੁਲ ਜਿਹੜੀਆਂ ਗੈਸਿਸ ਪ੍ਰੋਡਿਊਸ ਹੁੰਦੀਆਂ ਨੇ, ਤੇ ਉਹਨਾਂ ਦੇ ਜਿਹੜੇ ਆਪਾਂ ਇਲੈਕਟ੍ਰੋਡ ਯੂਜ਼ ਕਰ ਰਹੇ ਹਾਂ ਉਹਨਾਂ ਦੇ ਉੱਪਰ ਜਿਹੜੀ ਕੋਟਿੰਗ ਕੀਤੀ ਹੁੰਦੀ ਹੈ ਉਹਦੇ ਵਿੱਚੋਂ ਵੀ ਬੜੀਆਂ ਡੇਂਜਰਸ ਗੈਸਿਸ, ਵੈਪਰਸ ਐਂਡ ਫਿਊਮਸ ਪ੍ਰੋਡਿਊਸ ਹੁੰਦੇ ਨੇ, ਜਿਹੜੇ ਕਿ ਬਹੁਤ ਜ਼ਿਆਦਾ ਡਿਫਰੈਂਟ ਹਾਰਮਫੁਲ ਗੈਸਿਸ, ਜਿਸ ਤਰ੍ਹਾਂ ਕਿ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਆਕਸਾਈਡਸ ਆਫ ਨਾਈਟ੍ਰੋਜਨ ਐਂਡ ਓਜ਼ੋਨ, ਇਹ ਪ੍ਰੋਡਿਊਸ ਕਰਦੇ ਨੇ। ਇਸ ਲਈ ਇਹਨਾਂ ਦਾ ਸਾਡੇ ਵਰਕ ਇਨਵਾਇਰਮੈਂਟ ਦੇ ਵਿੱਚੋਂ ਇਮੀਡੀਏਟਲੀ ਐਸਕੇਪ ਹੋਣਾ, ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ, ਜਿਸ ਲਈ ਅਸੀਂ ਆਪਣੀ ਜਿਹੜੀ ਸ਼ੌਪ ਫਲੋਰ ਹੈਗਾ ਉਸ ਨੂੰ ਪ੍ਰੋਪਰ ਉੱਥੇ ਐਗਜ਼ੌਸਟ ਫੈਨਸ ਜਿਹੜੇ ਹੈਗੇ ਆ ਪ੍ਰੋਪਰ ਸਾਨੂੰ ਲਾਏ ਹੋਣੇ ਚਾਹੀਦੇ ਨੇ, ਅਤੇ ਐਗਜ਼ੌਸਟ ਜਿਹੜੇ ਡਕਟਸ ਨੇ ਉਹ ਵੀ ਜਿਹੜੀਆਂ ਲਗਾਈਆਂ ਹੋਣੀਆਂ ਚਾਹੀਦੀਆਂ ਨੇ, ਸੋ ਦੈਟ ਜਿਹੜੀਆਂ ਵੀ ਫਿਊਮਸ, ਗੈਸਿਸ ਪ੍ਰੋਡਿਊਸ ਹੋ ਰਹੀਆਂ ਨੇ ਉਹ ਇਮੀਡੀਏਟਲੀ ਨਾਲ ਦੀ ਨਾਲ ਉਹ ਬਾਹਰ ਨਿਕਲ ਜਾਣ, ਅਤੇ ਜਿਹੜਾ ਓਪਰੇਟਰ ਜਾਂ ਵੈਲਡਰ ਹੈਗਾ ਉਹ ਪ੍ਰੋਪਰ ਸੇਫ ਰਹੇ, ਉਹਦੀ ਹੈਲਥ ਜਿਹੜੀ ਹੈ ਉਸ ਨੂੰ ਕੋਈ ਵੀ ਡਿਸਟਰਬੈਂਸ ਨਾ ਆ ਸਕੇ। ਇਸ ਕਰਕੇ ਇਹ ਜਿਹੜੇ ਸੇਫਟੀ ਮੈਜ਼ਰਸ ਨੇ ਉਹ ਸਾਨੂੰ ਰੱਖਣ ਦੀ ਬਹੁਤ ਜ਼ਰੂਰਤ ਹੈ। ਨੈਕਸਟ ਹੈ ਇਲੈਕਟ੍ਰੀਕਲ ਡੇਂਜਰ, ਸ਼ੌਕ ਸੱਚ ਐਜ਼ ਸ਼ੌਕਸ, ਸ਼ਾਰਟ ਸਰਕਟ ਐਂਡ ਓਵਰਲੋਡ। ਕਿਤੇ ਵੀ ਦੇਖੋ ਕੋਈ ਕਨੈਕਸ਼ਨ ਜਿਹੜਾ ਹੈਗਾ ਲੂਜ਼ ਹੈ, ਬੇਅਰ ਵਾਇਰਸ ਜਿਹੜੀਆਂ ਨੇ, ਨੰਗੀਆਂ ਤਾਰਾਂ ਪਈਆਂ ਨੇ, ਤਾਂ ਉਹ ਜਿਹੜੀਆਂ ਬਿਲਕੁਲ ਐਕਸੀਡੈਂਟ ਦਾ ਕਾਰਨ ਬਣ ਸਕਦੀਆਂ ਨੇ, ਜਿਹੜੀਆਂ ਕਿ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ। ਕਿਸੇ ਵੀ ਸਟੂਡੈਂਟ ਨੂੰ ਬਿਨਾਂ ਕਿਸੇ ਨੌਲੇਜ ਤੋਂ, ਬਿਨਾਂ ਕਿਸੇ ਕਾਰਨ ਤੋਂ ਕਿਸੇ ਵੀ ਇਕਵਿਪਮੈਂਟ ਨੂੰ, ਕਿਸੇ ਵੀ ਵਾਇਰ ਨੂੰ ਟੱਚ ਨਹੀਂ ਕਰਨਾ ਚਾਹੀਦਾ ਵਿਦਆਊਟ ਦੀ ਪਰਮਿਸ਼ਨ ਆਫ ਤੁਹਾਡੇ ਟੀਚਰ ਤੋਂ, ਠੀਕ ਹੈ ਜੀ। ਤੇ ਨੈਕਸਟ ਸਟੈਪ ਹੈਗਾ ਬਰਨਿੰਗ ਕਾਜ਼ਿਜ਼ ਬਾਏ ਫਲਾਈਂਗ ਸਪਾਰਕਸ, ਹਾਈ ਟੈਂਪਰੇਚਰ ਐਂਡ ਹੌਟ ਪੀਸਿਸ। ਵੈਲਡਿੰਗ ਜਦੋਂ ਕਰ ਰਹੇ ਹੋ ਤੁਸੀਂ ਤਾਂ ਤੁਹਾਡੀ ਜਿਹੜੀ ਜੌਬ ਹੈਗੀ ਹੈ ਆਫਟਰ ਕੰਪਲੀਸ਼ਨ ਬਹੁਤ ਜ਼ਿਆਦਾ ਹੌਟ ਹੁੰਦੀ ਹੈ। ਅਗਰ ਤੁਸੀਂ ਉਸ ਨੂੰ ਪ੍ਰੋਪਰ ਮੈਜ਼ਰ ਨਾ ਲਿੱਤੇ, ਕੋਈ ਸੇਫਟੀ ਪ੍ਰੀਕਾਸ਼ਨਸ ਨਾਲ ਲਿੱਤੇ, ਤੁਸੀਂ ਉਸ ਨੂੰ ਬੇਅਰ ਹੱਥ ਦੇ ਨਾਲ ਪਕੜ ਕੇ ਉਸ ਨੂੰ ਹੈਂਡਲਿੰਗ ਕਰਨੀ ਸ਼ੁਰੂ ਕਰਤੀ, ਤਾਂ ਤੁਹਾਨੂੰ ਐਕਸੀਡੈਂਟ ਜਿਹੜਾ ਹੈਗਾ ਡੈਫੀਨੇਟਲੀ ਉੱਥੇ ਹੋਣਾ ਹੀ ਹੈ। ਅਤੇ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਅਸੀਂ ਕੀ ਕਰਦੇ ਹੈਗੇ ਹਾਂ, ਹੌਟ ਜੌਬਸ ਜਿਹੜੀਆਂ ਨੇ ਉਸ ਨੂੰ ਟੋਂਗ ਦੇ ਨਾਲ, ਪਲਾਇਰ ਦੇ ਨਾਲ ਹੈਂਡਲ ਕਰਨ ਦੀ ਜ਼ਰੂਰਤ ਹੈਗੀ ਹੈ, ਤਾਂ ਜੋ ਕੋਈ ਵੀ ਐਕਸੀਡੈਂਟ ਜਿਹੜਾ ਹੈਗਾ ਹੈਪਨ ਨਾ ਹੋ ਸਕੇ, ਠੀਕ ਹੈ ਜੀ। ਅਤੇ ਜਿਹੜੀ ਇਸ ਦੇ ਵਿੱਚੋਂ ਵੈਲਡਿੰਗ ਕਰਦੇ ਹੋਏ ਸਪੈਟਰਸ ਆਉਂਦੇ ਨੇ, ਅਗਰ ਕੋਈ ਸਟੂਡੈਂਟ ਜਿਹੜਾ ਹੈਗਾ ਸਲੀਪਰ ਪਾ ਕੇ ਆ ਜਾਂਦਾ ਹੈਗਾ ਤਾਂ ਉਸ ਦੇ ਐਕਸੀਡੈਂਟ ਹੋਣ ਦੇ ਚਾਂਸਿਸ ਜਿਹੜੇ ਨੇ ਪੂਰੇ ਹੈਗੇ। ਇਸ ਕਰਕੇ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਅਸੀਂ ਹਾਈ ਨੈਕ ਜਿਹੜੇ ਹੈਗੇ ਆ ਸ਼ੂਜ਼ ਜਿਹੜੇ ਹੈਗੇ ਲੈਦਰ ਸ਼ੂਜ਼ ਉਹ ਪਾਉਣੇ ਆ ਪ੍ਰੋਪਰ, ਅਤੇ ਉਸ ਤੋਂ ਇਲਾਵਾ ਹੈਲਮਟ ਪਾਉਣਾ ਹੈਗਾ, ਸ਼ੀਲਡਿੰਗ ਸਕਰੀਨ ਯੂਜ਼ ਕਰਨੀ ਹੈਗੀ ਹੈ, ਅਤੇ ਪ੍ਰੋਪਰ ਜਿਹੜੀ ਹੈਗੀ ਹੈ ਅਸੀਂ ਕਲੋਥਿੰਗ ਯੂਜ਼ ਕਰਨੀ ਹੈ। ਕਲੋਥਿੰਗ ਦੇ ਵਿੱਚ ਕੀ ਆ ਜਾਂਦਾ ਹੈਗਾ, ਐਪਰਨ ਆ ਜਾਂਦਾ ਸਾਡਾ, ਐਪਰਨ, ਦੈਨ ਸਲੀਵਸ ਆ ਜਾਂਦੀਆਂ ਨੇ, ਦੈਨ ਲੈਗਿੰਗਸ ਆ ਜਾਂਦੀਆਂ ਨੇ, ਠੀਕ ਹੈ। ਇਹ ਸਾਰੇ ਜਿਹੜੇ ਸੇਫਟੀ ਇਕਵਿਪਮੈਂਟ ਹੈ ਜਿਹੜੇ ਕਿ ਸਾਨੂੰ ਵੈਲਡਰ ਟ੍ਰੇਡ ਦੇ ਵਿੱਚ ਯੂਜ਼ ਬਹੁਤ ਜ਼ਿਆਦਾ ਜ਼ਰੂਰੀ ਨੇ ਕਰਨੇ, ਠੀਕ ਹੈ ਜੀ। ਨੈਕਸਟ ਆ ਗਿਆ ਆਪਣੇ ਕੋਲ ਐਕਸਪਲੋਜ਼ਨ ਐਂਡ ਫਾਇਰ ਆਰ ਏ ਗ੍ਰੇਟ ਰਿਸਕ ਡਿਊ ਟੂ ਫਲੇਮੇਬਲ ਸਬਸਟੈਂਸਿਸ ਐਂਡ ਗੈਸ ਇਨ ਵਰਕ ਏਰੀਆ। ਦੇਖੋ ਉਹਦੇ ਵਿੱਚ ਅਸੀਂ ਦੇਖੋ ਡਿਫਰੈਂਟ ਸਿਲੰਡਰਸ ਯੂਜ਼ ਕਰਦੇ ਹਾਂ ਫਿਊਲ ਗੈਸਿਸ ਦੇ, ਜਿਸ ਤਰ੍ਹਾਂ ਕਿ ਐਸੈਟਲਿਨ ਦਾ ਸਿਲੰਡਰ ਯੂਜ਼ ਕਰਦੇ ਹਾਂ ਅਸੀਂ ਗੈਸ ਵੈਲਡਿੰਗ ਸੈਟਅਪ ਦੇ ਵਿੱਚ। ਹੋਰ ਜਿਹੜੀਆਂ ਗੈਸਿਸ ਜਾਂ ਫਲੇਮੇਬਲ ਮਟੀਰੀਅਲਸ ਜਿਹੜੇ ਯੂਜ਼ ਕਰਦੇ ਹਾਂ ਉਹਨਾਂ ਦਾ ਪ੍ਰੋਪਰ ਰਿਸਕ ਹੁੰਦਾ ਹੈਗਾ ਬਸਟ ਹੋਣ ਦਾ, ਐਕਸਪਲੋਜ਼ਨ ਹੋਣ ਦਾ ਮਤਲਬ ਬਲਾਸਟ ਹੋਣ ਦਾ। ਉਹਨਾਂ ਚੀਜ਼ਾਂ ਨੂੰ ਵੀ ਅਸੀਂ ਫਾਇਰ ਤੋਂ ਜਿਹੜਾ ਹੈਗਾ ਦੂਰ ਰੱਖਣਾ ਹੈਗਾ। ਬਟ ਇਨ ਕੇਸ ਅਗਰ ਕੋਈ ਸਾਡੇ ਜਿਹੜੀ ਐਕਸੀਡੈਂਟ ਹੋ ਜਾਂਦਾ ਹੈਗਾ, ਐਕਸੀਡੈਂਟ ਹੋਣ ਦੇ ਨਾਲ ਕੋਈ ਸਪਾਰਕ ਦੇ ਨਾਲ ਕੋਈ ਫਾਇਰ ਲੱਗ ਜਾਂਦੀ ਹੈ, ਤਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈਗਾ, ਉਸ ਚੀਜ਼ ਦੀ ਸਾਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ। ਉਸ ਵਾਸਤੇ ਪ੍ਰੋਪਰ ਟੂਲ ਕੀ ਹੈਗਾ, ਉਹਦੀ ਵਰਕਿੰਗ ਕੀ ਹੈਗੀ ਹੈ, ਉਹ ਆਪਾਂ ਨੈਕਸਟ ਸਲਾਈਡਸ ਦੇ ਵਿੱਚ ਡਿਸਕਸ ਕਰਦੇ ਜਾਵਾਂਗੇ।
ਹੁਣ ਦੇਖੋ ਸੇਫਟੀ ਇਕਵਿਪਮੈਂਟ ਜਿਹੜੇ ਹੈਗੇ ਆ ਉਹ ਆਪਾਂ ਡਿਸਕਸ ਕਰਨ ਲੱਗੇ ਆ, ਉਹਨਾਂ ਦਾ ਯੂਜ਼ ਕੀ ਹੈਗਾ। ਸਪੋਜ਼ ਕਰੋ ਵੈਲਡਿੰਗ ਕਰਦੇ ਹੋਏ ਸਪੈਟਰਸ ਗਿਰ ਰਹੇ ਨੇ, ਅਗਰ ਕਿਸੇ ਸਟੂਡੈਂਟਸ ਨੇ ਸਲੀਪਰ ਪਾਏ ਹੋਏ ਨੇ, ਜਿਵੇਂ ਕਿ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਹਾਈ ਨੈਕ ਸ਼ੂਜ਼ ਜਿਹੜੇ ਨੇ ਉਹ ਹਾਈ ਟੌਪ ਸ਼ੂਜ਼ ਜਿਹੜੇ ਆ ਉਹ ਪਾਣੇ ਬਹੁਤ ਜ਼ਰੂਰੀ ਨੇ, ਜਿਹੜੇ ਕਿ ਲੈਦਰ ਦੇ ਹੁੰਦੇ ਨੇ। ਅੱਗੇ ਫਰੰਟ ਪਾਰਟ ਦੇ ਵਿੱਚ ਟੋ ਹੁੰਦਾ ਇਸ ਦਾ, ਉਸ ਦੇ ਵਿੱਚ ਮੈਟੈਲਿਕ ਪਾਰਟ ਦਾ ਯੂਜ਼ ਕੀਤਾ ਜਾਂਦਾ ਹੈਗਾ। ਅਗਰ ਕੋਈ ਹੈਵੀ ਚੀਜ਼, ਮੈਟੈਲਿਕ ਹੈਵੀ ਚੀਜ਼ ਅਗਰ ਉਸਦੇ ਉੱਪਰ ਪੈਰ ਦੇ ਉੱਪਰ ਗਿਰ ਵੀ ਜਾਂਦੀ ਹੈ ਜਾਂ ਕਿਤੇ ਅਸੀਂ ਹਿੱਟ ਕਰ ਦਿੰਦੇ ਹਾਂ, ਕਿ ਧਿਆਨ ਨਹੀਂ ਰਹਿੰਦਾ ਕਈ ਬਾਈ ਚਾਂਸ, ਤਾਂ ਉੱਥੇ ਤੁਹਾਡੇ ਜਿਹੜਾ ਫੁੱਟ ਹੈਗਾ ਉਸ ਨੂੰ ਕੋਈ ਡੈਮੇਜ ਨਹੀਂ ਆਏਗਾ ਅਤੇ ਤੁਸੀਂ ਸੇਫ ਹੋ। ਸੇਫਟੀ ਅਗਰ ਪ੍ਰੋਪਰ ਤੁਸੀਂ ਮਤਲਬ ਸ਼ੂਜ਼ ਪਾਏ ਹੋਏ ਨੇ ਤਾਂ ਪ੍ਰੋਪਰ ਤੁਹਾਡੀ ਸੇਫਟੀ ਹੈ, ਕੋਈ ਐਕਸੀਡੈਂਟ ਹੋਣ ਦੇ ਚਾਂਸਿਸ ਨਹੀਂ ਨੇ। ਅਤੇ ਨੈਕਸਟ ਆ ਗਿਆ ਹੈਗਾ ਚਿਪਿੰਗ ਗੋਗਲਸ। ਚਿਪਿੰਗ ਗੋਗਲਸ ਮੀਨਸ ਜਦੋਂ ਤੁਸੀਂ ਵੈਲਡਿੰਗ ਕੰਪਲੀਟ ਕਰ ਲਈ ਹੈਗੀ ਹੈ, ਠੀਕ ਹੈ, ਲੇਅਰ ਲਗਾ ਲਈ ਹੈਗੀ ਹੈ, ਜੁਆਇੰਟ ਕੰਪਲੀਟ ਕਰ ਲਿਆ, ਉਸ ਤੋਂ ਬਾਅਦ ਅਗਰ ਤੁਸੀਂ ਚਿਪਿੰਗ ਹੈਮਰ ਦੇ ਨਾਲ ਉਸ ਦਾ ਉੱਪਰੋਂ ਜਿਹੜਾ ਹੈਗਾ ਸਲੈਗ ਰਿਮੂਵ ਕਰ ਰਹੇ ਹੋ, ਅਗਰ ਤੁਸੀਂ ਪ੍ਰੋਪਰ ਗੋਗਲਸ ਨਹੀਂ ਵੀਅਰ ਕੀਤੇ ਤਾਂ ਉਹ ਚਿਪਿੰਗ ਪਾਰਟੀਕਲ ਜਿਹੜਾ ਹੈਗਾ ਇੰਨਾ ਬਰੀਕ ਹੁੰਦਾ ਹੈ ਔਰ ਇੰਨਾ ਹੌਟ ਹੁੰਦਾ ਹੈਗਾ, ਅਗਰ ਉਹ ਤੁਹਾਡੀ ਆਈਜ਼ ਦੇ ਵਿੱਚ ਚਲੇ ਜਾਂਦਾ ਹੈ ਤਾਂ ਐਕਸੀਡੈਂਟ ਜਿਹੜੇ ਹੋਣ ਦੇ ਪੋਸੀਬਿਲਿਟੀ, ਐਕਸੀਡੈਂਟ ਹੋ ਸਕਦਾ ਹੈਗਾ, ਬਹੁਤ ਥੋੜ੍ਹਾ ਡੇਂਜਰਸ ਜਿਹੜਾ ਹੈਗਾ। ਨੈਕਸਟ ਹੈਗਾ ਐਡਜਸਟੇਬਲ ਹੈਲਮਟ। ਵੈਲਡਿੰਗ ਕਰਦੇ ਹੋਏ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਡਿਫਰੈਂਟ ਰੇਜ਼ ਜਿਹੜੀਆਂ ਨੇ ਉਹ ਪ੍ਰੋਡਿਊਸ ਹੁੰਦੀਆਂ ਨੇ, ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਵਾਸਤੇ, ਉਹਨਾਂ ਰੇਜ਼ਿਸ ਨੂੰ ਅਵੋਇਡ ਕਰਨ ਵਾਸਤੇ ਅਸੀਂ ਹੈਲਮਟ ਦੀ ਯੂਜ਼ ਕਰਦੇ ਹਾਂ। ਅਤੇ ਜਿਹੜੀਆਂ ਰੇਜ਼ ਨੇ ਉਹ ਤੁਹਾਡੀਆਂ ਚੈਸਟ ਅਤੇ ਸਟਮਕ 'ਤੇ, ਅਪਰ ਪਾਰਟ 'ਤੇ ਨਾ ਇਫੈਕਟ ਕਰਨ, ਅਤੇ ਤੁਹਾਡੀ ਜਿਹੜੀ ਕਲੋਥਿੰਗ ਹੈਗੀ ਹੈ ਉਹ ਵੀ ਕੋਸਟਲੀ ਹੁੰਦੀ ਹੈ, ਉਸ ਚੀਜ਼ ਨੂੰ ਵੀ ਪ੍ਰੋਟੈਕਟ ਕਰਨ ਵਾਸਤੇ ਅਸੀਂ ਐਪਰਨ ਦਾ ਯੂਜ਼ ਕਰਦੇ ਹੈਗੇ ਹਾਂ। ਨੈਕਸਟ ਹੈ ਲੈਦਰ ਗਲਵਸ, ਹੈਂਡ ਦੀ ਪ੍ਰੋਪਰ ਪ੍ਰੋਟੈਕਸ਼ਨਸ ਵਾਸਤੇ, ਬਿਕੋਜ਼ ਤੁਹਾਡਾ ਜਿਹੜਾ ਹੈਂਡ ਹੈਗਾ ਜਦੋਂ ਤੁਸੀਂ ਹੋਲਡਰ ਨੂੰ ਪਕੜਿਆ ਹੁੰਦਾ ਹੈਗਾ ਤਾਂ ਉਹ ਵਰਕ ਪੀਸ ਦੇ ਬਹੁਤ ਨਜ਼ਦੀਕ ਹੁੰਦਾ ਹੈਗਾ। ਇਨਫਰਾਰੈਡ ਰੇਜ਼ ਜਿਹੜੀਆਂ ਨੇ ਉਹ ਹੀਟ ਪ੍ਰੋਡਿਊਸ ਕਰਦੀਆਂ ਨੇ, ਠੀਕ ਹੈ, ਜਿਹੜੀਆਂ ਕਿ ਹੀਟ ਦੇ ਨਾਲ ਤੁਹਾਡੀ ਬਾਡੀ ਨੂੰ ਇਫੈਕਟ ਕਰਦੀਆਂ, ਟੈਂਪਰੇਚਰ ਪ੍ਰੋਡਿਊਸ ਕਰਦੀਆਂ ਨੇ। ਅਲਟਰਾਵਾਇਲਟ ਰੇਜ਼ ਜਿਹੜੀਆਂ ਨੇ ਉਹ ਇੰਟੈਂਸਿਟੀ ਦੇ ਵਿੱਚ ਬਹੁਤ ਤੇਜ਼ ਹੁੰਦੀਆਂ ਨੇ, ਜਿਸ ਦੇ ਨਾਲ ਕੈਂਸਰ ਹੋਣ ਦੇ ਚਾਂਸਿਸ ਹੁੰਦੇ ਆ, ਸਕਿਨ ਜਿਹੜੀ ਹੈ ਸਕਿਨ ਇਰੀਟੇਸ਼ਨ ਹੋਣ ਦੇ ਚਾਂਸਿਸ ਹੁੰਦੇ ਨੇ। ਅਤੇ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ, ਜਿਹੜੀ ਇਨਫਰਾਰੈਡ ਦੀ ਹੀਟ ਨੂੰ ਜਿਹੜੀ ਅਵੋਇਡ ਕਰਨ ਵਾਸਤੇ ਅਸੀਂ ਗਲਵਸ ਪਾਉਂਦੇ ਹਾਂ, ਦੋਨੋਂ ਹੱਥਾਂ ਨੂੰ ਪ੍ਰੋਟੈਕਟ ਕਰਨ ਵਾਸਤੇ। ਅਤੇ ਜਿਹੜੀਆਂ ਤੁਹਾਡੀ ਆਰਮਸ ਹੈਗੀਆਂ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਸਲੀਵਸ ਦਾ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਨੀਚੇ ਫਿਗਰ ਦੇ ਵਿੱਚ ਦੇਖ ਸਕਦੇ ਹੋ। ਨੈਕਸਟ ਆ ਗਿਆ ਜੀ ਲੈਗਿੰਗਸ। ਲੈਗਿੰਗਸ ਜਿਹੜੀਆਂ ਹੈਗੀਆਂ ਤੁਹਾਡਾ ਲੋਅਰ ਪਾਰਟ ਲੈਗ ਜਿਹੜਾ ਹੈਗਾ ਉਸ ਨੂੰ ਕਵਰ ਕਰਦੀਆਂ ਨੇ, ਉਸ ਨੂੰ ਪ੍ਰੋਟੈਕਟ ਕਰਦੀਆਂ ਨੇ। ਨੈਕਸਟ ਆ ਗਿਆ ਸ਼ੀਲਡਿੰਗ ਸਕਰੀਨਸ। ਇਹ ਦੇਖੋ ਇੱਕ ਆਲਟਰਨੇਟ ਹੈਗਾ, ਅਗਰ ਤੁਸੀਂ ਹੈਲਮਟ ਵੀ ਯੂਜ਼ ਕਰ ਸਕਦੇ ਹੋ ਔਰ ਹੈਂਡ ਸਕਰੀਨਸ ਵੀ ਯੂਜ਼ ਕਰ ਸਕਦੇ ਹੋ ਆਈਜ਼ ਨੂੰ ਪ੍ਰੋਟੈਕਟ ਕਰਨ ਵਾਸਤੇ। ਨੈਕਸਟ ਹੈਗਾ ਈਅਰ ਪ੍ਰੋਟੈਕਸ਼ਨ। ਈਅਰ ਪ੍ਰੋਟੈਕਸ਼ਨ ਮੀਨਸ ਅਗਰ ਤੁਸੀਂ ਸ਼ੌਪ ਫਲੋਰ ਦੇ ਉੱਪਰ ਹੈਗੇ ਹੋ, ਬਹੁਤ ਜ਼ਿਆਦਾ ਨੋਇਸ ਹੋ ਰਹੀ ਹੈ, ਤਾਂ ਕੰਟੀਨਿਊਸਲੀ ਅਗਰ ਤੁਸੀਂ ਨੋਇਸੀ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਜਿਹੜੀ ਈਅਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ, ਸੁਣਨ ਦੀ ਪ੍ਰੋਬਲਮ ਜਿਹੜੀ ਹੈ, ਤੁਹਾਨੂੰ ਕੰਨਾਂ ਦੀ ਪ੍ਰੋਬਲਮ ਹੋ ਸਕਦੀ ਹੈਗੀ ਹੈ। ਉਸ ਚੀਜ਼ ਨੂੰ ਤੁਸੀਂ ਜਿਹੜੇ ਹੈਗੇ ਆ ਈਅਰ ਪ੍ਰੋਟੈਕਸ਼ਨ, ਈਅਰ ਹੈਡਫੋਨ ਜਿਹੜੇ ਹੈਗੇ ਆ ਉਹ ਲਗਾ ਸਕਦੇ ਹੋ। ਨੈਕਸਟ ਆ ਗਿਆ ਜੀ ਪਾਰਟੀਸ਼ਨ। ਪਾਰਟੀਸ਼ਨ ਮੀਨਸ ਦੋ ਜਿਹੜੇ ਵਰਕ ਸਟੇਸ਼ਨਸ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਪਾਰਟੀਸ਼ਨ ਕਰਕੇ, ਅਗਰ ਕੋਈ ਇੱਕ ਸਟੂਡੈਂਟ ਇੱਕ ਮਸ਼ੀਨ ਦੇ ਉੱਪਰ ਕੰਮ ਕਰ ਰਿਹਾ ਅਤੇ ਦੂਸਰਾ ਦੂਸਰੀ ਮਸ਼ੀਨ ਦੇ ਵਿੱਚ ਕੰਮ ਕਰ ਰਿਹਾ ਹੈਗਾ, ਦੋਨਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਹੈ ਲਾਈਟ ਨਾਲ ਇੰਟਰੈਕਸ਼ਨ ਨਾ ਹੋਵੇ, ਉਸ ਨੂੰ ਅਵੋਇਡ ਕਰਨ ਵਾਸਤੇ ਅਸੀਂ ਪਾਰਟੀਸ਼ਨ ਯੂਜ਼ ਕਰਦੇ ਹੈਗੇ, ਠੀਕ ਹੈ ਜੀ। ਨੈਕਸਟ ਆ ਗਿਆ ਆਪਣੇ ਕੋਲ ਫਾਇਰ ਐਕਸਟਿੰਗੁਇਸ਼ਰ। ਫਾਇਰ ਐਕਸਟਿੰਗੁਇਸ਼ਰ ਮਤਲਬ ਇੱਕ ਡਿਵਾਈਸ ਜਿਹੜੀ ਕਿ ਫਾਇਰ ਐਕਸਪਲੋਜ਼ਨ ਨੂੰ ਸੇਫ ਕਰਨ ਵਾਸਤੇ, ਪ੍ਰੋਟੈਕਟ ਕਰਨ ਵਾਸਤੇ, ਉਸ ਨੂੰ ਹੈਂਡਲ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਇਹ ਇੱਕ ਸਿਲੰਡਰੀਕਲ ਕੰਟੇਨਰ ਹੁੰਦਾ ਹੈ ਜਿਸ ਦੇ ਵਿੱਚ ਡਿਫਰੈਂਟ ਕੈਮੀਕਲਸ ਪਾਏ ਹੁੰਦੇ ਨੇ, ਜਦੋਂ ਕਿ ਕਿਤੇ ਛੋਟੀ ਇਨੀਸ਼ੀਅਲ ਲੈਵਲ 'ਤੇ ਅਗਰ ਅੱਗ ਲੱਗ ਗਈ ਹੈਗੀ ਜਾਂ ਫਾਇਰ ਬ੍ਰੇਕ ਕਰ ਗਈ ਹੈਗੀ ਹੈ ਤਾਂ ਉਸ ਨੂੰ ਹੈਂਡਲ ਕਰਨ ਵਾਸਤੇ ਸਾਨੂੰ ਫਾਇਰ ਐਕਸਟਿੰਗੁਇਸ਼ਰ ਦਾ ਯੂਜ਼ ਕਰਨਾ ਆਉਣਾ ਚਾਹੀਦਾ ਹੈ। ਅਤੇ ਇਹ ਕਿਸ ਤਰ੍ਹਾਂ ਵਰਕ ਕਰਦਾ ਹੈਗਾ ਹੁਣ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ। ਅਤੇ ਜਿਹੜੇ ਵੀ ਮਟੀਰੀਅਲਸ ਸਾਡੇ ਵਰਕਸ਼ਾਪ ਦੇ ਵਿੱਚ ਅਵੇਲੇਬਲ ਨੇ ਉਹਨਾਂ ਨੂੰ ਅਸੀਂ ਇੱਕ 5 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੈਗਾ, ਜਿਸ ਤਰ੍ਹਾਂ ਕਿ ਅਗਰ ਕੋਈ ਪੇਪਰ ਹੈਗਾ, ਕੋਈ ਲਿਕੁਇਡ ਹੈ, ਕੋਈ ਗੈਸ ਹੈਗੀ ਹੈ, ਉਸ ਦੀ ਕੈਟਾਗਰੀ ਜਿਹੜੀ ਹੈਗੀ ਆ ਅਸੀਂ ਡਿਫਰੈਂਸ਼ੀਏਟ ਕੀਤੀ ਹੈਗੀ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਅਸੀਂ ਕਲਾਸ ਏ ਦੇ ਵਿੱਚ ਦੇਖਦੇ ਹੈਗੇ ਆ ਕਿ ਕਿਹੜੇ ਕਿਹੜੇ ਮਟੀਰੀਅਲ ਜਿਹੜੇ ਨੇ ਉਹ ਫਾਲ ਕਰਦੇ ਨੇ, ਜਿਸ ਤਰ੍ਹਾਂ ਕਿ ਵੁੱਡ, ਪੇਪਰ ਐਂਡ ਕਲੋਥ। ਇਹ ਜਿਹੜੇ ਮਟੀਰੀਅਲਸ ਹੈਗੇ ਆ ਕਲਾਸ ਏ ਦੇ ਵਿੱਚ ਫਾਲ ਕਰਦੇ ਨੇ, ਮਤਲਬ ਆਉਂਦੇ ਨੇ, ਅਤੇ ਇਹਨਾਂ ਵਾਸਤੇ ਜਿਹੜਾ ਅਸੀਂ ਫਾਇਰ ਐਕਸਟਿੰਗੁਇਸ਼ਰ ਹੈਗਾ ਜਿਹੜਾ ਉਹ ਵੀ ਡਿਫਰੈਂਟ ਤਰੀਕੇ ਦਾ ਯੂਜ਼ ਕਰਾਂਗੇ। ਮੀਨਸ ਉਹਦੇ ਵਿੱਚ ਡਿਫਰੈਂਟ ਕੈਮੀਕਲ ਹੋਏਗਾ ਅਤੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਅਗਰ ਅੱਗ ਜਿਹੜੀ ਲੱਗੀ ਹੈਗੀ ਆ ਉਹ ਕਿਸ ਮਟੀਰੀਅਲ ਨੂੰ ਲੱਗੀ ਹੈ, ਤਾਂ ਉਸੇ ਜਿਹੜਾ ਫਾਇਰ ਐਕਸਟਿੰਗੁਇਸ਼ਰ ਨੂੰ ਅਸੀਂ ਯੂਜ਼ ਕਰੀਏ, ਠੀਕ ਹੈ ਜੀ। ਨੈਕਸਟ ਹੈਗਾ ਬੀ ਕਲਾਸ। ਬੀ ਕਲਾਸ ਦੇ ਵਿੱਚ ਕੀ ਹੈਗਾ ਕਿ ਕੋਈ ਵੀ ਲਿਕੁਇਡ ਜਾਂ ਗੈਸ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਕਿ ਗੈਸੋਲੀਨ, ਪੇਂਟਸ, ਉਹ ਸਾਰੇ ਜਿਹੜੇ ਹੈਗੇ ਆ ਉਹ ਬੀ ਕਲਾਸ 'ਚ ਫਾਲ ਕਰਦੇ। ਸੀ ਕਲਾਸ ਦੇ ਵਿੱਚ ਸਾਡੀ ਜਿਹੜੀ ਵੀ ਇਲੈਕਟ੍ਰੀਕਲ ਸ਼ਾਰਟ ਸਰਕਟਸ ਹੈਗੇ ਆ ਉਹ ਸਾਰੇ ਆਉਂਦੇ ਨੇ।
ਡੀ ਕਲਾਸ ਦੇ ਵਿੱਚ ਮੈਟਲਸ, ਜਿਹੜੀਆਂ ਮੈਟਲਸ ਅੱਗ ਪਕੜਦੀਆਂ ਨੇ, ਠੀਕ ਹੈ ਜੀ, ਜਿਸ ਤਰ੍ਹਾਂ ਕਿ ਸੋਡੀਅਮ, ਪੋਟਾਸ਼ੀਅਮ, ਲੀਥੀਅਮ, ਉਹ ਸਾਰੀਆਂ ਫੋਲ ਕਰਦੀਆਂ ਨੇ। ਤੇ ਨੈਕਸਟ ਲਾਸਟ ਕੈਟਾਗਰੀ ਹੈਗੀ ਹੈ ਜਿਹੜੀ ਕਿ ਸਾਡੀ ਸ਼ੌਪ ਦੇ ਨਾਲ ਕੰਸਰਨ ਨਹੀਂ ਹੈ, ਚਲੋ ਫਿਰ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ, ਕਲਾਸ ਕੇ ਵਿਚ ਇਜ਼ ਕਿਚਨ ਫਾਇਰ। ਅਗਰ ਕੋਈ ਆਇਲ ਦੇ ਨਾਲ ਕੋਈ ਕੈਚ ਫਾਇਰ ਹੋ ਜਾਂਦੀ ਹੈ ਜਾਂ ਕੋਈ ਸਿਲੰਡਰ ਬਸਟ ਹੋ ਜਾਂਦਾ ਹੈਗਾ, ਉਹ ਸਾਰੀ ਉਸ ਚੀਜ਼ ਨਾਲ ਡੀਲ ਕਰਦੀ ਹੈ। ਤੇ ਉਸ ਦੇ ਵਾਸਤੇ ਅਸੀਂ ਕਿਹੜਾ ਫਾਇਰ ਐਕਸਟਿੰਗੁਇਸ਼ਰ ਯੂਜ਼ ਕਰਾਂਗੇ, ਉਸ ਬਾਰੇ ਹੁਣ ਆਪਾਂ ਡਿਸਕਸ ਕਰਾਂਗੇ। ਇਹ ਦੇਖੋ ਇੱਕ ਚਾਰਟ ਹੈਗਾ ਆਪਣੇ ਕੋਲ, ਇਸ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਦਾ ਕਲਰ ਕਿਹੜਾ ਹੋਏਗਾ, ਉਸ ਦੇ ਵਿੱਚ ਕਿਹੜਾ ਕੈਮੀਕਲ ਹੁੰਦਾ ਹੈਗਾ, ਤੇ ਉਸ ਨੂੰ ਆਪਾਂ ਕਿਸ ਪਰਪਸ ਵਾਸਤੇ ਯੂਜ਼ ਕਰਨਾ ਹੈਗਾ, ਉਹ ਇਸ ਟੇਬਲ ਤੋਂ ਕਲੀਅਰਲੀ ਆਪਾਂ ਰੀਡ ਕਰ ਸਕਦੇ ਹਾਂ। ਦੇਖੋ ਫਸਟ ਕਾਲਮ ਦੇ ਵਿੱਚ ਆਪਾਂ ਦੇਖਣਾ ਹੈਗਾ ਕਿ ਕਲਰ ਕਿਹੜਾ ਹੈਗਾ, ਠੀਕ ਹੈ ਜੀ। ਕਲਰ ਉਹਦੇ ਵਿੱਚ ਫਸਟ ਵਨ ਦੇ ਵਿੱਚ ਰੈੱਡ ਹੈ, ਜਿਸ ਦੇ ਵਿੱਚ ਵਾਟਰ ਪਾਇਆ ਹੁੰਦਾ ਹੈਗਾ, ਤੇ ਆਪਾਂ ਇਸ ਨੂੰ ਯੂਜ਼ ਕਿਸ ਵਾਸਤੇ ਕਰਨਾ ਹੈਗਾ, ਵੁੱਡ, ਪੇਪਰ ਤੇ ਕਲੋਥ ਵਾਸਤੇ। ਨੈਕਸਟ ਜਿਹੜਾ ਹੈਗਾ ਉਹ ਹੈਗਾ ਕਲਰ ਯੈਲੋ ਹੈ, ਤੇ ਉਹ ਉਸ ਦੇ ਵਿੱਚ ਮਟੀਰੀਅਲ ਕਿਹੜਾ ਹੁੰਦਾ ਹੈਗਾ, ਫੋਮ ਦੇ ਵਿੱਚ ਫੋਮ, ਠੀਕ ਹੈ। ਇਸ ਨੂੰ ਅਸੀਂ ਦੇਖੋ ਵੁੱਡ ਵਾਸਤੇ, ਪੇਪਰ, ਕਲੋਥ, ਫਲੇਮੇਬਲ ਲਿਕੁਇਡਸ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਤੇ ਕੁਕਿੰਗ ਆਇਲ ਤੇ ਫੈਟਸ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਥਰਡ ਹੈਗਾ ਬਲੂ ਕਲਰ ਦੇ ਵਿੱਚ, ਬਲੂ ਕਲਰ ਦੇ ਵਿੱਚ ਡਰਾਈ ਪਾਊਡਰ ਹੁੰਦਾ ਹੈਗਾ, ਜਿਹੜਾ ਕਿ ਅਸੀਂ ਆਲਮੋਸਟ ਹਰੇਕ ਕੈਟਾਗਰੀ ਵਾਸਤੇ ਯੂਜ਼ ਕਰ ਸਕਦੇ ਹਾਂ। ਦੇਖੋ ਵੁੱਡ, ਕਲੋਥ, ਪੇਪਰ, ਫਲੇਮੇਬਲ ਲਿਕੁਇਡਸ, ਫਲੇਮੇਬਲ ਗੈਸਿਸ, ਇਲੈਕਟ੍ਰੀਕਲ ਇਕਵਿਪਮੈਂਟ ਵਾਸਤੇ, ਬਸ ਕਿਚਨ ਵਾਸਤੇ ਅਸੀਂ ਯੂਜ਼ ਨਹੀਂ ਕਰ ਸਕਦੇ। ਨੈਕਸਟ ਹੈਗਾ ਆਪਣਾ ਕਾਰਬਨ ਡਾਈਆਕਸਾਈਡ ਸਿਲੰਡਰ, ਇਹਦਾ ਕਲਰ ਹੁੰਦਾ ਹੈਗਾ ਬਲੈਕ, ਜਿਹੜਾ ਕਿ ਅਸੀਂ ਫਲੇਮੇਬਲ ਲਿਕੁਇਡਸ ਔਰ ਇਲੈਕਟ੍ਰੀਕਲ ਇਕਵਿਪਮੈਂਟਸ ਤੇ ਕਿਚਨ ਵਾਸਤੇ। ਹੁਣ ਦੇਖੋ ਇੱਥੋਂ ਅਸੀਂ ਡਾਇਰੈਕਟਲੀ ਆਈਡੀਆ ਲਗਾ ਸਕਦੇ ਹਾਂ ਕਿ ਸਾਡਾ ਜਿਹੜਾ ਅਸੀਂ ਵੈਲਡਿੰਗ ਦੇ ਵਿੱਚ ਕਿਹੜਾ ਯੂਜ਼ ਕਰ ਸਕਦੇ ਹੈਗੇ ਆ। ਜ਼ਿਆਦਾਤਰ ਅਸੀਂ ਦੇਖੋ ਡਰਾਈ ਪਾਊਡਰ ਜਿਹੜਾ ਹੈਗਾ ਉਹ ਅਸੀਂ ਯੂਜ਼ ਕਰ ਸਕਦੇ ਹਾਂ, ਬਿਕੋਜ਼ ਉਹ ਹਰੇਕ ਕੈਟਾਗਰੀ ਨੂੰ ਕਵਰ ਕਰ ਰਿਹਾ ਹੈਗਾ, ਠੀਕ ਹੈ ਜੀ। ਫੋਮ ਵਾਲਾ ਵੀ ਯੂਜ਼ ਕਰ ਸਕਦੇ ਹੈਗੇ ਆ, ਤੇ ਇਹ ਦੋ ਜਿਹੜੇ ਨੇ ਸਾਡੇ ਕੋਲ ਜ਼ਿਆਦਾ ਸੂਟੇਬਲ ਨੇ, ਜਿਹੜੇ ਕਿ ਅਸੀਂ ਵੁੱਡ ਵਾਸਤੇ, ਪੇਪਰ ਵਾਸਤੇ, ਫਲੇਮੇਬਲ ਲਿਕੁਇਡ ਤੇ ਗੈਸਿਸ ਤੇ ਇਲੈਕਟ੍ਰੀਕਲ ਸ਼ੌਕ ਵਾਸਤੇ ਅਸੀਂ ਜਿਹੜੇ ਹੈਗੇ ਆ ਉਹ ਯੂਜ਼ ਕਰਦੇ ਹੈਗੇ। ਨੈਕਸਟ ਦੇਖੋ ਅਗਰ ਕੋਈ ਐਕਸੀਡੈਂਟ ਹੋ ਹੀ ਜਾਂਦਾ ਹੈਗਾ, ਪਹਿਲਾਂ ਤਾਂ ਦੇਖੋ ਆਪਾਂ ਸੇਫਟੀ ਮੈਜ਼ਰਸ ਲੈਣੇ ਨੇ, ਆਪਾਂ ਕੋਸ਼ਿਸ਼ ਕਰਨੀ ਹੈ ਕਿ ਐਕਸੀਡੈਂਟ ਜਿਹੜਾ ਹੈਗਾ ਕੋਈ ਪ੍ਰੋਬਲਮ ਜਿਹੜੀ ਹੈਗੀ ਨਾ ਹੋ ਸਕੇ। ਇਨ ਕੇਸ ਅਗਰ ਪਰਮਾਤਮਾ ਨਾ ਕਰੇ ਪ੍ਰੋਬਲਮ ਆ ਜਾਂਦੀ ਹੈਗੀ, ਤਾਂ ਉਸ ਨੂੰ ਹੈਂਡਲ ਕਰਨ ਵਾਸਤੇ ਸਾਡੇ ਕੋਲ ਇੱਕ ਕਿੱਟ ਹੋਣੀ ਚਾਹੀਦੀ ਹੈ, ਜਿਹੜੀ ਕਿ ਫਸਟ ਏਡ ਕਿੱਟ ਹੈਗੀ ਆ। ਫਸਟ ਏਡ ਮਤਲਬ ਕਿ ਤੁਸੀਂ ਜਿਹੜੀ ਪਹਿਲਾਂ ਜਿਹੜੀ ਉਸ ਵਿਕਟਮ ਨੂੰ ਏਡ ਦੇਣੀ ਹੈਗੀ ਆ, ਉਸ ਨੂੰ ਬੋਲਦੇ ਆ ਫਸਟ ਏਡ। ਫਸਟ ਏਡ ਦਾ ਮਤਲਬ ਹੁੰਦਾ ਹੈਗਾ, ਫਸਟ ਏਡ ਇਜ਼ ਦੀ ਪ੍ਰੋਵੀਜ਼ਨ ਆਫ ਇਨੀਸ਼ੀਅਲ ਕੇਅਰ ਫॉर ਐਨ ਇਲਨੈਸ ਔਰ ਇੰਜਰੀ। ਸਭ ਤੋਂ ਪਹਿਲਾਂ ਜਿਹੜੀ ਅਸੀਂ ਏਡ ਦਿੰਦੇ ਹਾਂ ਕਿਸੇ ਵੀ ਵਿਕਟਮ ਨੂੰ, ਕਿਸੇ ਉਸਦੀ ਇੰਜਰੀ ਵਾਸਤੇ, ਉਸਦੀ ਇਲਨੈਸ ਵਾਸਤੇ, ਉਸ ਨੂੰ ਅਸੀਂ ਫਸਟ ਏਡ ਕਹਿੰਦੇ ਹਾਂ। ਇਟ ਇਜ਼ ਯੂਜ਼ਲੀ ਪਰਫੋਰਮਡ ਬਾਈ ਨੋਨ ਐਕਸਪਰਟ, ਮਤਲਬ ਜਿਹੜੇ ਉਸ ਮੈਡੀਕਲ ਪ੍ਰੋਫੈਸ਼ਨ ਦੇ ਐਕਸਪਰਟ ਨਹੀਂ ਹੈਗੇ, ਉਹ ਬੰਦੇ ਇਸ ਨੂੰ ਏਡ ਨੂੰ ਦਿੰਦੇ ਨੇ। ਬਟ ਟ੍ਰੇਨਡ ਪਰਸੋਨਲ ਟੂ ਏ ਸਿਕ ਔਰ ਇੰਜਰਡ ਪਰਸਨ ਅੰਟਿਲ ਡੈਫੀਨੇਟ ਮੈਡੀਕਲ ਟ੍ਰੀਟਮੈਂਟ ਕੈਨ ਬੀ ਅਸੈਸਡ। ਉਦੋਂ ਤੱਕ ਜਦੋਂ ਤੱਕ ਕਿ ਉਸ ਨੂੰ ਪ੍ਰੋਪਰਲੀ ਹਸਪੀਟਲ 'ਚ ਨਹੀਂ ਲਿਆਇਆ ਜਾਂਦਾ, ਜਾਂ ਫਿਰ ਡਾਕਟਰ ਜਿਹੜਾ ਹੈਗਾ ਉਸ ਲੋਕੇਸ਼ਨ 'ਤੇ ਆ ਜਾਵੇ, ਉਦੋਂ ਤੱਕ ਤੁਸੀਂ ਜਿਹੜੀ ਹੈਗੀ ਆ ਉਸ ਨੂੰ ਏਡ ਉਹ ਦੇਣੀ ਹੈਗੀ ਆ। ਸਰਟਨ ਸੈਲਫ ਲਿਮਟਿੰਗ illness or minor injuries may not require further medical care past the first aid intervention. First aid include mental help to the victim as well as treatment of injury. Means ਅਗਰ ਤੁਸੀਂ ਉਸ ਮੈਡੀਕਲ ਟ੍ਰੀਟਮੈਂਟ ਜਿਹੜਾ ਹੈਗਾ ਉਸ ਨੂੰ ਕੁਝ ਜਿਹੜੀਆਂ ਫਸਟ ਏਡਸ ਨੇ ਉਹਨਾਂ ਤੋਂ ਬਾਅਦ ਉਸ ਕਈ ਵਾਰ ਜ਼ਰੂਰਤ ਹੀ ਨਹੀਂ ਪੈਂਦੀ। ਸਪੋਜ਼ ਕਰੋ ਅਗਰ ਕੋਈ ਮਾਈਨਰ ਕੱਟ ਲੱਗ ਜਾਂਦਾ ਹੈ, ਮਾਈਨਰ ਸ਼ਾਟ ਲੱਗ ਜਾਂਦਾ ਹੈਗਾ, ਤਾਂ ਉਸ ਨੂੰ ਤੁਸੀਂ ਪ੍ਰੋਪਰ ਜਿਹੜਾ ਹੈਗਾ ਉਸ ਨੂੰ ਫਸਟ ਏਡ ਦੇ ਨਾਲ ਹੀ ਉਸ ਨੂੰ ਠੀਕ ਕਰ ਸਕਦੇ ਹੈਗੇ ਹੋ। ਅਗਰ ਕੋਈ ਤੁਸੀਂ ਫੀਲ ਕਰਦੇ ਹੋ ਕਿ ਕੋਈ ਮੇਜਰ ਐਕਸੀਡੈਂਟ ਹੋ ਗਿਆ ਹੈਗਾ, ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ, ਡਾਕਟਰ ਨੂੰ ਕਾਲ ਕਰਨੀ ਹੈ, ਐਂਬੂਲੈਂਸ ਨੂੰ ਕਾਲ ਕਰਨੀ ਹੈ। ਇਮੀਡੀਏਟਲੀ ਆਪਣੇ ਕਿਸੇ ਕੋਲੀਗ ਨੂੰ ਕਹੋ ਕਿ ਫਟਾਫਟ ਇਨਫੋਰਮ ਕਰ ਦਿਓ, ਡਾਕਟਰ ਨੂੰ ਹਸਪੀਟਲ 'ਚ ਇਨਫੋਰਮ ਕਰ ਦਿਓ ਕਿ ਐਂਬੂਲੈਂਸ ਆ ਜਾਵੇ, ਜਾਂ ਫਿਰ ਕੋਈ ਡਾਕਟਰ ਜਿਹੜਾ ਹੈਗਾ ਉਹ ਉਸ ਨੂੰ ਕਾਲ ਕਰ ਲੈਣਾ ਹੈਗਾ, ਠੀਕ ਹੈ ਜੀ। ਅਗਰ ਦੇਖੋ ਕੋਈ ਬੰਦਾ ਜਿਹੜਾ ਹੈਗਾ ਉਹ ਬੇਹੋਸ਼ ਹੋ ਜਾਂਦਾ ਹੈ ਜਾਂ ਗਿਰ ਜਾਂਦਾ ਹੈਗਾ, ਉਦੋਂ ਤੁਹਾਡੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ 3 ਵਰਡਸ ਆਉਣੇ ਚਾਹੀਦੇ ਨੇ, ABC। ਹੁਣ ਅਸੀਂ ਦੇਖਾਂਗੇ ਕਿ ਇਹਨਾਂ 3 ABC ਦਾ ਕੀ ਮਤਲਬ ਹੈਗਾ, ਠੀਕ ਹੈ ਜੀ। A ਮੀਨਸ ਏਅਰਵੇਜ਼, B ਮੀਨਸ ਬਰੀਥਿੰਗ, C ਮੀਨਸ ਸਰਕੂਲੇਸ਼ਨ। ਇਹਦਾ ਮਤਲਬ ਹੈਗਾ ਕਿ ਦੇਖੋ ਏਅਰਵੇਜ਼ ਚੈੱਕ ਕਰੋ ਕਿ
ਜਿਸ ਨਾਲ ਦੁਰਘਟਨਾ ਹੋਈ ਹੈ ਕਿ ਉਸ ਦੀ ਜਿਹੜੀ ਜੀਭ ਹੈਗੀ ਆ ਅੰਦਰ ਤਾਲੂਏ ਦੇ ਨਾਲ ਅੰਦਰ ਮਾਊਥ ਦੇ ਵਿੱਚ ਪ੍ਰੋਪਰ ਟੱਚ ਤਾਂ ਨਹੀਂ ਕਰ ਗਈ ਹੈਗੀ, ਉਸ ਨੂੰ ਪਹਿਲਾਂ ਓਪਨ ਕਰੋ ਸੋ ਦੈਟ ਉਹਦੇ 에ਅਰਵੇਜ਼ ਜਿਹੜੇ ਨੇ ਉਹ ਓਪਨ ਹੋਣੇ ਚਾਹੀਦੇ। ਅਗਰ ਉਹ ਠੀਕ ਹੈਗਾ ਫਿਰ ਉਸ ਦੀ ਬਰੀਥਿੰਗ ਚੈੱਕ ਕਰੋ, ਬਰੀਥਿੰਗ ਮਤਲਬ ਸਾਹ ਆ ਰਿਹਾ ਉਸ ਨੂੰ, ਅਗਰ ਨਹੀਂ ਆ ਰਿਹਾ ਤਾਂ ਉਸ ਨੂੰ ਆਰਟੀਫਿਸ਼ੀਅਲ ਉਹਦੇ ਮੂੰਹ ਦੇ ਰਾਹੀਂ ਉਹ ਆਪਣਾ ਮੂੰਹ ਲਗਾ ਕੇ ਉਸ ਨੂੰ ਬਰੀਥਿੰਗ ਦੇਣ ਦੀ ਕੋਸ਼ਿਸ਼ ਕਰੋ। ਨੈਕਸਟ, ਅਗਰ ਸਰਕੂਲੇਸ਼ਨ ਜਿਹੜੀ ਹੈਗੀ ਆ, ਅਗਰ ਤੁਸੀਂ ਦੇਖ ਰਹੇ ਹੋ ਉਹਦੀ ਪਲਸ ਜਿਹੜੀ ਹੈ ਅਗਰ ਉਹ ਨਹੀਂ ਚੱਲ ਰਹੀ ਤਾਂ ਉਸ ਨੂੰ ਆਰਟੀਫਿਸ਼ੀਅਲ ਪਲਸ ਮੀਨਸ ਉਸ ਨੂੰ ਪੰਪਿੰਗ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਉਸ ਦਾ ਹਾਰਟ ਜਿਹੜਾ ਹੈਗਾ ਉਹ ਅਗਰ ਬੰਦ ਹੋ ਗਿਆ ਹੈਗਾ ਤਾਂ ਉਸ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਉਸ ਦੀ ਜਿਹੜੀ ਹੈਗੀ ਆ ਪਲਸਿਸ ਜਿਹੜੀ ਹੈਗੀ ਹੈ ਫਿਰ ਤੋਂ ਉਹ ਸਟਾਰਟ ਹੋ ਸਕੇ। ਇਹ ਕੁਝ ਫਸਟ ਏਡ ਕਿੱਟ ਦੇ ਵਿੱਚ ਕੁਝ ਇਕਵਿਪਮੈਂਟ ਜਿਹੜੇ ਹੈਗੇ ਆ ਉਹ ਹੋਣੇ ਚਾਹੀਦੇ ਨੇ ਅਗਰ ਤੁਸੀਂ ਇਨੀਸ਼ੀਅਲ ਲੈਵਲ ਤੇ ਏਡ ਜਿਹੜੀ ਹੈਗੀ ਆ ਉਹ ਦੇਣਾ ਚਾਹੁੰਦੇ ਹੋ ਕਿਸੇ ਵੀ ਵਿਕਟਮ ਨੂੰ। ਤਾਂ ਉਸ ਦੇ ਵਿੱਚ ਦੇਖੋ ਤੁਸੀਂ ਗਲਵਸ ਹੋਣੇ ਚਾਹੀਦੇ ਨੇ, ਐਡੈਸਿਵ ਟੇਪ ਜਿਹੜੀ ਹੈਗੀ ਹੈ ਹੋ ਸਕਦੀ ਹੈ, ਬੈਂਡੇਜ, ਫਸਟ ਏਡ ਮੈਨੂਅਲ ਵੀ ਹੋਣਾ ਚਾਹੀਦਾ ਹੈਗਾ, ਥਰਮਾਮੀਟਰ ਹੋ ਸਕਦਾ ਹੈਗਾ, ਠੀਕ ਹੈ ਜੀ, ਇੰਸਟੈਂਟ ਕੋਲਡ ਪੈਕ, ਤਾਂ ਟ੍ਰਾਇੰਗੂਲਰ ਬੈਂਡੇਜ, ਟਵੀਜ਼ਰਸ, ਸੀਜ਼ਰਸ, ਇਹ ਸਾਰੀਆਂ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਇੱਕ ਫਸਟ ਏਡ ਕਿੱਟ ਦੇ ਵਿੱਚ ਰੱਖ ਕੇ ਕਿਸੇ ਵੀ ਸਟੂਡੈਂਟ ਦੀ ਜਿਹੜੀ ਹੈਲਪ ਕਰ ਸਕਦੇ ਹੋ ਅਗਰ ਕੋਈ ਪ੍ਰੋਬਲਮ ਜਿਹੜੀ ਹੈਗੀ ਹੈ ਤੁਹਾਡੀ ਸ਼ੌਪ ਫਲੋਰ ਦੇ ਉੱਪਰ ਆ ਜਾਂਦੀ ਹੈਗੀ ਹੈ। ਇਸ ਦੇ ਨਾਲ ਅਸੀਂ ਆਪਣੇ ਇਸ ਟੌਪਿਕ ਨੂੰ ਬੰਦ ਕਰਾਂਗੇ ਅਤੇ ਇੱਕ ਵਾਰ ਰਿਵਾਈਜ਼ ਕਰ ਲੈਂਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਅਗਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਵਰਕ ਸਪੇਸ ਦੇ ਉੱਪਰ ਅਗਰ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਤਾਂ ਅਸੀਂ ਬਹੁਤ ਜ਼ਿਆਦਾ ਪ੍ਰੋਬਲਮਸ ਤੋਂ ਜਿਹੜਾ ਆਪਣੇ ਆਪ ਨੂੰ ਬਚਾਅ ਕਰ ਸਕਦੇ ਹਾਂ। ਅਤੇ ਧੰਨਵਾਦ, ਥੈਂਕ ਯੂ।